ਸਭ ਨੂੰ ਹੈਲੋ। ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਦੇ ਸਾਡੇ NPTEL ਆਨਲਾਈਨ ਪ੍ਰਮਾਣੀਕਰਨ ਕੋਰਸਾਂ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਆਰਥੋਗ੍ਰਾਫਿਕ ਪ੍ਰੋਜੈਕਸ਼ਨ ਤੇ ਮੋਡਿਊਲ ਨੰਬਰ 3 ਲੈਕਚਰ ਨੰਬਰ 24 ਵਿੱਚ ਹਾਂ। ਆਓ ਅਸੀਂ ਇਸ ਖਾਸ ਵਸਤੂ ਦੇ ਆਰਥੋਗ੍ਰਾਫਿਕ ਅਨੁਮਾਨਾਂ ਨੂੰ ਵੇਖੀਏ। ਇਸ ਲਈ ਇਸ ਵਸਤੂ ਦਾ ਇਹ ਸਿਲੈਂਡਰੀਕਲ ਹਿੱਸਾ ਡੂੰਘਾ ਕੱਟ ਵਾਲਾ ਹੈ ਅਤੇ ਇੱਥੇ ਇੱਕ ਸਲੋਟ ਵਰਗੀ ਕੋਈ ਚੀਜ਼ ਹੈ, ਤਾਂ ਜੋ ਵਸਤੂਆਂ ਨੂੰ ਲੋਕ ਕਰਨ ਲਈ ਉਸ ਵਿੱਚ ਕੁੰਜੀਆਂ ਦਾ ਪ੍ਰਬੰਧ ਕੀਤਾ ਜਾ ਸਕੇ। ਇੱਕ ਦਿਸ਼ਾਤਮਕ ਚੀਜ਼ ਵਿੱਚ ਅਸੀਂ ਇਸ ਕਿਸਮ ਦੀਆਂ ਵਸਤੂਆਂ ਦੀ ਵਰਤੋਂ ਕਰਦੇ ਹਾਂ ਅਤੇ ਇਸ ਦੇ ਅੰਦਰ ਇੱਕ ਹੋਰ ਕੱਟ ਹੁੰਦਾ ਹੈ ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਕਿ ਹੇਠਾਂ ਇੱਕ ਛੇਕ ਲੰਘ ਰਹੀ ਹੈ। ਇੱਥੇ ਵੀ ਇੱਕ ਸੁਰਾਖ ਹੈ ਜੋ ਹੇਠਾਂ ਨੂੰ ਲੰਘ ਰਿਹਾ ਹੈ। ਇੱਥੇ ਵੀ ਇੱਕ ਛੇਕ ਹੈ ਜੋ ਹੇਠਾਂ ਨੂੰ ਲੰਘ ਰਿਹਾ ਹੈ। ਇਸ ਲਈ ਸਮੱਗਰੀ ਸਿਰਫ ਉੱਥੇ ਮੌਜੂਦ ਹੈ ਜਿੱਥੇ ਇਹ ਹਰੇ ਰੰਗ ਦੀਆਂ ਲਾਈਨਾਂ ਦਿਖਾਈਆਂ ਗਈਆਂ ਹਨ। ਸ਼ੈਡੋ ਵਾਲੀ ਚੀਜ਼ ਇੱਥੇ ਹੋਲੋ ਵਨ ਹੈ ਅਤੇ ਇਹ ਹੇਠਾਂ ਵੱਲ ਹੋਲੋ ਪੋਰਸ਼ਨ ਹੈ ਅਤੇ ਇਹ ਵਸਤੂ ਵੱਖ-ਵੱਖ ਮਾਪਾਂ ਦੀ ਹੈ। ਇਹ ਲੈਂਥ ਜੇਕਰ ਅਸੀਂ ਇੱਥੋਂ ਤੱਕ ਦੇਖ ਰਹੇ ਹਾਂ ਤਾਂ ਇਹ 152 ਯੂਨਿਟ ਹੈ, ਉਚਾਈ 45 ਯੂਨਿਟ ਹੈ ਅਤੇ ਇਹ ਇੱਕ ਚੌੜਾਈ 64 ਯੂਨਿਟ ਹੈ। ਇਹ ਉਹ ਵਸਤੂ ਹੈ ਜਿਸ ਨੂੰ ਅਸੀਂ ਡਰਾਇੰਗ ਸ਼ੀਟ ਤੇ ਦਰਸਾਉਣਾ ਚਾਹਾਂਗੇ। ਹੁਣ ਆਓ ਇਹਨਾਂ ਦ੍ਰਿਸ਼ਾਂ ਨੂੰ ਬਣਾਉਣ ਲਈ ਗਲਾਸ ਬਾਕਸ ਮੈਥਡ ਦੀ ਵਰਤੋਂ ਕਰੀਏ। ਸਭ ਤੋਂ ਪਹਿਲਾਂ ਸਾਨੂੰ ਵਸਤੂ ਦੇ ਲੋੜੀਂਦੇ ਵਿਊਜ਼ ਨੂੰ ਤੈਅ ਕਰਨਾ ਹੋਵੇਗਾ ਕਿ ਕਿੰਨੇ ਵਿਊਜ਼ ਹਨ। ਸਾਨੂੰ ਇਹ ਲੋੜ ਹੋ ਸਕਦੀ ਹੈ ਕਿ ਕੀ ਸਿਰਫ ਇੱਕ ਦ੍ਰਿਸ਼ ਉਸ ਸਮੁੱਚੀ ਵਸਤੂ ਨੂੰ ਦਰਸਾਉਣ ਲਈ ਕਾਫੀ ਚੰਗਾ ਹੈ, ਜਾਂ ਸਾਰੇ 3 ਦ੍ਰਿਸ਼ਾਂ ਦੀ ਲੋੜ ਹੈ, ਜਾਂ ਸ਼ਾਇਦ ਸਾਨੂੰ ਉੱਪਰਲੇ ਬੋਟਮ ਦੀ ਲੋੜ ਹੈ ਅਤੇ ਖੱਬੇ ਪਾਸੇ, ਸੱਜੇ ਪਾਸੇ ਇਸ ਤਰ੍ਹਾਂ ਦੇ ਵਿਚਾਰਾਂ ਦੀ ਲੋੜ ਹੁੰਦੀ ਹੈ, ਜਿਸ ਦੇ ਆਧਾਰ ਤੇ ਅਸੀਂ ਇਹ ਪਿਕਚਰ ਦਿਖਾਉਣ ਜਾ ਰਹੇ ਹਾਂ। ਇੱਕ ਵਾਰ ਇਹ ਹੋ ਜਾਣ ਤੋਂ ਬਾਅਦ, ਸਾਨੂੰ ਇੱਕ ਡਰਾਇੰਗ ਸ਼ੀਟ ਤੇ ਚੁਣੇ ਗਏ ਦ੍ਰਿਸ਼ਾਂ ਦਾ ਖਾਕਾ ਚੁਣਨਾ ਹੋਵੇਗਾ। ਉਦਾਹਰਨ ਲਈ, ਅਸੀਂ ਇਸ ਨੂੰ ਗਲਾਸ ਬਾਕਸ ਮੈਥਡ ਦੀ ਵਰਤੋਂ ਕਰਕੇ ਦਿਖਾਉਣਾ ਚਾਹੁੰਦੇ ਹਾਂ। ਲੇਆਉਟ ਇੱਕ ਵਾਰ ਜਦੋਂ ਇਸ ਨੂੰ ਗਲਾਸ ਬਾਕਸ ਮੈਥਡ ਵਜੋਂ ਚੁਣਿਆ ਜਾਂਦਾ ਹੈ ਤਾਂ ਅਸੀਂ ਕੀ ਕਰਨ ਜਾ ਰਹੇ ਹਾਂ, ਅਸੀਂ ਇਸ ਨੂੰ ਪਹਿਲੇ ਕੁਆਡਰੈਂਟ ਵਿੱਚ ਰੱਖਦੇ ਹਾਂ। ਇਹ ਬਾਕਸ ਕੁਝ ਇਸ ਤਰ੍ਹਾਂ ਦਾ ਬਾਕਸ ਹੈ ਜਿਸ ਨੂੰ ਅਸੀਂ ਕਾਲਪਨਿਕ ਬਣਾਉਣ ਜਾ ਰਹੇ ਹਾਂ। ਇਹ ਪੂਰੀ ਤਰ੍ਹਾਂ ਹੇਠਾਂ ਜਾਂਦਾ ਹੈ। ਸ਼ਾਇਦ ਉਸ ਦਿਸ਼ਾ ਵੱਲ ਦੇਖੋ ਤਾਂ ਕਿ ਸਾਹਮਣੇ ਵਾਲਾ ਦ੍ਰਿਸ਼ ਅਸੀਂ ਇਸ ਪਲੇਨ ਤੇ ਪ੍ਰੋਜੈਕਸ਼ਨ ਵਜੋਂ ਪ੍ਰਾਪਤ ਕਰਨ ਜਾ ਰਹੇ ਹਾਂ। ਇਸ ਲਈ ਉਸ ਦ੍ਰਿਸ਼ ਨੂੰ ਅਸੀਂ ਇੱਥੇ ਸਾਹਮਣੇ ਦੇ ਦ੍ਰਿਸ਼ ਦੇ ਰੂਪ ਵਿੱਚ ਦਿਖਾਵਾਂਗੇ। ਇਸ ਲਈ ਜੇਕਰ ਅਸੀਂ ਗਲਾਸ ਬਾਕਸ ਲਈ ਇਸ ਦਿਸ਼ਾ ਵਿੱਚ ਦੇਖ ਰਹੇ ਹਾਂ ਤਾਂ ਇਹ ਡਾਇਮੈਂਸ਼ਨ 152 ਦਿਖਾਈ ਦੇਵੇਗਾ, ਇਸ ਲਈ 152 ਉਸ ਦਿਸ਼ਾ ਵਿੱਚ ਦਿਖਾਈ ਦੇਵੇਗਾ। ਇਸੇ ਤਰ੍ਹਾਂ ਗਲਾਸ ਬਾਕਸ ਤੇ, ਕਿਉਂਕਿ ਇਹ ਸਾਹਮਣੇ ਦ੍ਰਿਸ਼ਟੀਕੋਣ ਦੀ ਦਿਸ਼ਾ ਹੈ, ਅਸੀਂ 45 ਦੀ ਲੈਂਥ ਨੂੰ ਵੀ ਸਮਝਣ ਦੀ ਸਥਿਤੀ ਵਿੱਚ ਹੋਵਾਂਗੇ, ਇਸ ਲਈ 45 ਲੈਂਥ। ਦੁਬਾਰਾ, ਅਸੀਂ ਦੇਖਣ ਲਈ ਇੱਕ ਸਥਿਤੀ ਹੋਵਾਂਗੇ ਤਾਂ ਕਿ ਇਹ ਪੂਰੀ ਵਸਤੂ ਇਸ 152 ਅਯਾਮਾਂ ਅਤੇ 45 ਅਯਾਮਾਂ ਦੇ ਵਿਚਕਾਰ ਹੋਵੇਗੀ। ਫਿਰ ਅਸੀਂ ਉਸ ਗਲਾਸ ਬਾਕਸ ਲਈ ਚੋਟੀ ਦੇ ਦ੍ਰਿਸ਼ ਦੇ ਨਾਲ ਅੱਗੇ ਵਧਦੇ ਹਾਂ। ਇਸ ਲਈ ਇਸ ਵਿੱਚ ਅਸੀਂ 65 ਮਿਲੀਮੀਟਰ 64 ਮਿਲੀਮੀਟਰ ਵਰਗਾ ਕੁਝ ਦੇਖਣ ਜਾ ਰਹੇ ਹਾਂ ਅਤੇ ਇਹ ਵੀ ਅਸੀਂ ਇਹ ਦੇਖਣ ਦੀ ਸਥਿਤੀ ਵਿੱਚ ਹੋਵਾਂਗੇ ਕਿ 152 ਮਿਲੀਮੀਟਰ, ਇਸ ਲਈ 152 ਮਿਲੀਮੀਟਰ। ਫਿਰ ਅਸੀਂ ਇਸ ਤਰ੍ਹਾਂ ਦੇਖਾਂਗੇ। ਸਾਹਮਣੇ ਵਾਲਾ ਦ੍ਰਿਸ਼ 152, ਚੋਟੀ ਦਾ ਦ੍ਰਿਸ਼ 152 ਵਿੱਚ ਉਸ ਤਰੀਕੇ ਨਾਲ ਮੇਲ ਖਾਂਦਾ ਹੈ। ਹਾਲਾਂਕਿ, ਸਾਹਮਣੇ ਵਾਲੇ ਦ੍ਰਿਸ਼ ਵਿੱਚ ਅਸੀਂ ਜੋ ਮਾਪ ਦੇਖਣ ਜਾ ਰਹੇ ਹਾਂ
ਉਹ 145 ਹੈ, ਇਸ ਲਈ ਇਹ ਦਿਖਾਈ ਦੇਵੇਗਾ ਚੋਟੀ ਦੇ ਦ੍ਰਿਸ਼ ਦੇ ਮਾਮਲੇ ਵਿੱਚ ਕਿ 45 ਲਾਈਨਾਂ ਮੇਲ ਖਾਂਦੀਆਂ ਹਨ। ਅਸੀਂ ਅਸਲ ਵਿੱਚ ਉਸ ਡੂੰਘਾਈ ਨੂੰ ਨਹੀਂ ਸਮਝ ਸਕਦੇ, ਹਾਲਾਂਕਿ ਅਸੀਂ ਇਸ ਚੌੜਾਈ ਨੂੰ ਦੇਖ ਸਕਦੇ ਹਾਂ, ਤਾਂ ਕਿ ਚੌਰਟ ਡਾਇਮੈਂਸ਼ਨ ਨੂੰ ਸਮਝਣ ਦੀ ਸਥਿਤੀ ਵਿੱਚ ਹੋਵੇ, ਅਤੇ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਕਿਸੇ ਵੀ ਫਰੰਟ ਵਿਊ ਲੇਆਊਟ ਤੋਂ ਸਿਖਰ ਦੇ ਦ੍ਰਿਸ਼ ਦੇ ਵਿਚਕਾਰ ਦੀ ਦੂਰੀ ਘੱਟੋ-ਘੱਟ 5 ਤੋਂ 4 ਮਿਲੀਮੀਟਰ ਹੋਣੀ ਚਾਹੀਦੀ ਹੈ। ਘੱਟੋ-ਘੱਟ ਕੁਝ ਪਾੜੇ ਨੂੰ ਛੱਡਣਾ ਪਏਗਾ, ਕਿਸੇ ਨੂੰ ਅਜਿਹਾ ਕੁਝ ਨਹੀਂ ਬਣਾਉਣਾ ਚਾਹੀਦਾ ਹੈ ਕਿ ਕਿਸੇ ਵੀ ਦ੍ਰਿਸ਼ਟੀਕੋਣ ਵਿੱਚ ਇੱਕ ਪਾੜਾ ਹੋਣਾ ਚਾਹੀਦਾ ਹੈ। ਅਤੇ ਇਹ ਹਮੇਸ਼ਾ 1:1 ਸਕੇਲ ਦੇ ਨਾਲ ਜਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਭਾਵੇਂ ਵਸਤੂ ਦਾ ਆਕਾਰ ਜੋ ਵੀ ਹੋਵੇ, ਸਮਾਨ ਮਾਪ ਇਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਵਸਤੂ ਬਹੁਤ ਵੱਡੀ ਹੈ ਅਤੇ ਡਰਾਇੰਗ ਸ਼ੀਟ ਛੋਟੀ ਹੈ, ਉਦਾਹਰਨ ਲਈ ਜਿਵੇਂ ਕਿ ਮੈਂ ਇੱਕ ਡਰਾਇੰਗ ਸ਼ੀਟ ਤੇ ਇੱਕ ਵੱਡੇ ਸਕਾਈਸਕ੍ਰੈਪਰ ਨੂੰ ਦਰਸਾਉਣਾ ਚਾਹੁੰਦਾ ਹਾਂ, ਤਾਂ ਇਸ ਤਰ੍ਹਾਂ ਦੀਆਂ ਵੱਡੀਆਂ ਡਰਾਇੰਗ ਸ਼ੀਟ ਦਾ ਨਿਰਮਾਣ ਕਰਨਾ ਸੰਭਵ ਨਹੀਂ ਹੈ। ਇਸ ਲਈ ਸਭ ਤੋਂ ਆਸਾਨ ਤਰੀਕਾ ਹੈ ਸਾਡੀ ਇੱਕ ਨੋਟ ਸ਼ੀਟ A1 ਸ਼ੀਟ A3 A4 ਇਸ ਕਿਸਮ ਦੀਆਂ ਸ਼ੀਟਾਂ ਦੀ ਵਰਤੋਂ ਕਰਨਾ। ਅਸੀਂ ਇੱਕ ਸਕਾਈਸਕ੍ਰੈਪਰ ਨੂੰ ਦਰਸਾਉਣਾ ਚਾਹੁੰਦੇ ਹਾਂ ਤਾਂ ਕੁਦਰਤੀ ਤੌਰ ਤੇ ਸਾਨੂੰ ਸਕੇਲ ਨੂੰ ਘੱਟ ਕਰਨਾ ਪਵੇਗਾ। ਹੋ ਸਕਦਾ ਹੈ ਕਿ 1:25 ਕਿਸਮ ਦਾ ਸਕੇਲ 1:25 1:100 ਇਸ ਤਰ੍ਹਾਂ ਦੇ ਸਕੇਲ ਅਸੀਂ ਦਰਸਾਵਾਂਗੇ ਅਤੇ ਡਰਾਇੰਗ ਸ਼ੀਟ ਤੇ ਸਪਸ਼ਟ ਤੌਰ ਤੇ ਇਸ ਦਾ ਜ਼ਿਕਰ ਕਰਾਂਗੇ। ਇੱਕ ਵਾਰ ਜਦੋਂ ਇਹ ਲੇਆਊਟ ਚੁਣਿਆ ਜਾਂਦਾ ਹੈ ਤਾਂ ਸੰਪੂਰਨ ਦ੍ਰਿਸ਼ ਚੁਣਿਆ ਜਾਂਦਾ ਹੈ। ਸਾਹਮਣੇ ਦੇ ਦ੍ਰਿਸ਼ ਨਾਲ ਸ਼ੁਰੂ ਹੁੰਦਾ ਹੈ, ਫਿਰ ਇੱਕ ਸਿਖਰ ਦ੍ਰਿਸ਼ ਬਣਾਓ ਅਤੇ ਇਹਨਾਂ ਦ੍ਰਿਸ਼ਾਂ ਨੂੰ ਪੂਰਾ ਕਰੋ। ਉਸ ਤੋਂ ਬਾਅਦ ਮਾਪ ਅਤੇ ਜੋ ਵੀ ਬਚੇ ਹੋਏ ਨੋਡਾਂ ਨੂੰ ਲਿਖੋ। ਉਦਾਹਰਨ ਲਈ, ਆਓ ਇੱਥੇ ਡਰਾਇੰਗ ਸ਼ੀਟ ਤੇ ਇਸ ਨੂੰ ਬਣਾਉਣ ਤੋਂ ਬਾਅਦ ਉਸ ਫਰੰਟ ਵਿਊ ਤੇ ਨਜ਼ਰ ਮਾਰੀਏ, ਜਿਸ ਨਾਲ ਟੌਪ ਵਿਊ ਨੂੰ ਘੱਟੋ-ਘੱਟ ਗੈਪ ਨਾਲ ਬਣਾਉਣਾ ਪੈਂਦਾ ਹੈ। ਅਤੇ ਉਸ ਤੋਂ ਬਾਅਦ ਅਸੀਂ ਪਿਕਚਰ ਦੇਖਾਂਗੇ, ਸਾਹਮਣੇ ਵਾਲਾ ਦ੍ਰਿਸ਼ ਪਿਕਚਰ। ਇਹ ਅਸੀਂ ਇਸ ਪੂਰੇ ਕਰਵ ਨੂੰ ਇੱਕ ਲਾਈਨ ਦੀ ਤਰ੍ਹਾਂ ਪੇਸ਼ ਕਰਦੇ ਹੋਏ ਦੇਖਾਂਗੇ। ਫਿਰ ਇਹ ਦੁਬਾਰਾ ਉਸ ਬਿੰਦੂ ਤੇ ਜਾਂਦਾ ਹੈ। ਦੁਬਾਰਾ ਅਸੀਂ ਇੱਕ ਲਾਈਨ ਅਤੇ ਇਸ ਪੂਰੀ ਕਰਵ ਨੂੰ ਇੱਕ ਸਿੰਗਲ ਲਾਈਨ ਉੱਤੇ ਪ੍ਰੋਜੈਕਟ ਕਰਦੇ ਹੋਏ ਵੇਖਾਂਗੇ, ਤਾਂ ਕਿ ਇੱਕ ਸਿੰਗਲ ਲਾਈਨ ਉਹ ਹੋਵੇਗੀ ਅਤੇ ਇਹ ਸਭ ਤੋਂ ਉੱਪਰ ਵਾਲੀ ਇਹ ਪੂਰੀ ਕਰਵ ਇਸ ਲਾਈਨ ਅਤੇ ਉਹ ਲਾਈਨ ਉੱਤੇ ਪ੍ਰੋਜੈਕਟ ਕੀਤੀ ਗਈ ਹੈ, ਤਾਂ ਇਹ ਉਸ ਇੱਕ ਵੱਲ ਜਾਂਦੀ ਹੈ। ਇੱਥੇ, ਜੇਕਰ ਤੁਸੀਂ ਇਸ ਲਾਈਨ ਨੂੰ ਧਿਆਨ ਨਾਲ ਨੋਟ ਕਰ ਰਹੇ ਹੋ ਅਤੇ ਇਹ ਵੱਖ-ਵੱਖ ਲੇਅਰਾਂ ਤੇ ਵੱਖ-ਵੱਖ ਹਨ, ਇਸ ਲਈ ਇਹ ਇੱਕ ਸਿਲੰਡਰ ਨੂੰ ਉੱਥੇ ਪੇਸ਼ ਕੀਤਾ ਗਿਆ ਸੀ। ਪਰ ਇਹ ਇੱਕ ਸਿਲੰਡਰ ਲਾਈਨ ਤੋਂ ਜੋ ਅਸੀਂ ਪ੍ਰਾਪਤ ਕਰਨ ਜਾ ਰਹੇ ਹਾਂ। ਮੈਨੂੰ ਇੱਕ ਵਾਰ ਫਿਰ ਸਮਝਾਉਣ ਦਿਓ। ਇਹ ਇੱਕ ਵੈਲਿਡਡ ਕਾਈਡ ਦੀ ਚੀਜ਼ ਦੇ ਹਿੱਸੇ ਵਰਗਾ ਹੈ ਜੋ ਅਸੀਂ ਇੱਥੇ ਵੇਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਸਿਲੰਡਰ ਲਾਈਨ ਉੱਥੇ ਆਉਂਦੀ ਹੈ। ਇਸ ਲਈ ਜਦੋਂ ਅਸੀਂ ਇਸ ਦ੍ਰਿਸ਼ ਤੋਂ ਦੇਖ ਰਹੇ ਹਾਂ ਤਾਂ ਇਹ ਲਾਈਨ ਦਿਖਾਈ ਦੇਵੇਗੀ ਅਤੇ ਇਹ ਇੱਕ ਹੋਰ ਲਾਈਨ ਦਿਖਾਈ ਦੇਵੇਗੀ। ਇਸ ਲਈ ਕਿ ਇੱਕ ਪਹਿਲੀ ਲਾਈਨ ਵੈਲਿਡਡ ਕਾਈਡ ਦਾ ਹਿੱਸਾ ਹੈ ਅਤੇ ਸਿਲੰਡਰ ਤੋਂ ਇਹ ਲਾਈਨ ਆਉਂਦੀ ਹੈ, ਇਹ ਪੂਰਾ ਕਰਵ ਇਸ ਸਾਹਮਣੇ ਵਾਲੇ ਦ੍ਰਿਸ਼ ਤੇ ਇੱਕ ਸਿੱਧੀ ਲਾਈਨ ਬਣ ਜਾਵੇਗਾ ਅਤੇ ਇਹ ਹਿੱਸਾ ਉਸ ਪੱਧਰ ਤੇ ਆਉਂਦਾ ਹੈ। ਇਹ ਪੂਰਾ ਕਰਵ ਇੱਕ ਲਾਈਨ ਬਣ ਜਾਂਦਾ ਹੈ ਅਤੇ ਇੱਥੇ ਅਸੀਂ ਇੱਕ ਰੇਖਾ ਵਰਗੀ ਕੋਈ ਚੀਜ਼ ਵੇਖਦੇ ਹਾਂ ਅਤੇ ਦੁਬਾਰਾ ਇਹ ਪੂਰੀ ਲਾਈਨ ਕਰਵ ਇੱਥੇ ਪ੍ਰੋਜੈਕਸ਼ਨ ਤੇ ਇੱਕ ਸਿੱਧੀ ਰੇਖਾ ਬਣ ਜਾਂਦੀ ਹੈ। ਅਸੀਂ ਇੱਕ ਲਾਈਨ ਵਰਗੀ ਕੋਈ ਚੀਜ਼ ਵੇਖਦੇ ਹਾਂ ਜੋ ਲਾਈਨ ਉੱਥੇ ਆਉਂਦੀ ਹੈ, ਦੁਬਾਰਾ ਇੱਥੋਂ ਉੱਪਰਲਾ ਹਿੱਸਾ ਉੱਥੇ ਆਉਂਦਾ ਹੈ। ਇਸ ਲਈ ਇਹ ਪੂਰਾ ਹਿੱਸਾ ਜੋ ਵੀ ਕਰਵ ਹੁੰਦਾ ਹੈ, ਜੋ ਦੁਬਾਰਾ ਉੱਥੇ ਇੱਕ ਸਿੱਧੀ ਲਾਈਨ ਬਣ ਜਾਂਦਾ ਹੈ ਅਤੇ ਇਹ ਲਾਈਨ ਇਹਨਾਂ ਲਾਈਨ ਨਾਲ ਮੇਲ ਖਾਂਦੀਆਂ ਹਨ। ਇੱਥੇ ਇੱਕ ਕਾਰਨ ਹੈ ਕਿ ਸਾਡੇ ਕੋਲ ਇਹ ਪੂਰਾ ਸਿਲੰਡਰ ਵਕਰ ਵਾਲਾ ਹਿੱਸਾ ਹੈ। ਅਸੀਂ ਇਸ ਨੂੰ ਪ੍ਰੋਜੈਕਸ਼ਨ ਤੇ ਇੱਕ ਸਿੱਧੀ ਰੇਖਾ ਵਾਂਗ ਦੇਖਦੇ ਹਾਂ। ਇਹ ਇੱਕ ਲਾਈਨ ਬਣ ਜਾਂਦੀ ਹੈ। ਹੁਣ, ਸਾਡੇ ਕੋਲ ਉੱਥੇ ਇੱਕ ਛੇਕ ਵਰਗੀ ਕੋਈ ਚੀਜ਼ ਹੈ। ਇਸ ਲਈ ਇੱਥੇ ਇੱਕ ਡੈਸ਼ਡ ਲਾਈਨ ਹੋਣੀ ਚਾਹੀਦੀ ਹੈ। ਇੱਕ ਡੈਸ਼ ਲਾਈਨ ਸਾਡੇ ਕੋਲ ਹੈ। ਕਿਉਂਕਿ ਇਹ ਇੱਕ ਸਿਲੰਡਰੀਕਲ ਵਸਤੂ ਹੈ, ਉੱਥੇ ਇੱਕ ਧੁਰਾ ਹੈ। ਇਸ ਲਈ, ਇੱਥੇ ਇੱਕ ਡੈਸ਼ ਡਾਟ ਲਾਈਨ ਹੈ ਜੋ ਇੱਥੇ ਲੰਘਦੀ ਹੈ। ਸਾਡੇ ਕੋਲ ਇੱਕ ਪੂਰੀ ਨੁਮਾਇੰਦਗੀ ਹੈ, ਜਿਸ ਕਾਰਨ ਅਸੀਂ ਇਸ ਨੂੰ ਡੈਸ਼ਡ ਇੱਕ ਦੁਆਰਾ ਦਿਖਾਉਂਦੇ ਹਾਂ। ਅਤੇ ਉੱਥੇ ਇੱਕ ਛੇਕ ਵੀ ਹੈ, ਜੋ ਇੱਕ ਸਲੋਟ ਕੱਟ ਵਾਂਗ ਜਾਂਦੀ ਹੈ, ਤਾਂ ਜੋ ਅਸੀਂ ਦਿਖਾਉਂਦੇ ਹਾਂ ਕਿ ਇਹ ਪੂਰਾ ਆਇਤਾਕਾਰ ਸਕੂਪਡ ਖੇਤਰ ਹੈ।
ਅਸੀਂ ਇਸ ਨੂੰ ਦੋ ਡੈਸ਼ਡ ਲਾਈਨਾਂ ਦੁਆਰਾ ਦਿਖਾਵਾਂਗੇ। ਇਸੇ ਤਰ੍ਹਾਂ, ਸਾਡੇ ਕੋਲ ਇਸ ਪੂਰੇ ਸਲੋਟ ਨੂੰ ਬਾਹਰ ਕੱਢਿਆ ਗਿਆ ਖੇਤਰ ਹੈ। ਉੱਥੇ ਇੱਕ ਚਾਪ ਹੈ। ਇਸ ਲਈ ਇਸ ਵਿੱਚੋਂ ਲੰਘਦਾ ਕੁਝ ਕੇਂਦਰ ਹੋਣਾ ਚਾਹੀਦਾ ਹੈ, ਇਸ ਲਈ ਅਸੀਂ ਇਸ ਨੂੰ ਇੱਕ ਧੁਰੇ ਦੇ ਰੂਪ ਵਿੱਚ ਦਿਖਾਉਂਦੇ ਹਾਂ। ਦੁਬਾਰਾ, ਇੱਥੇ ਇੱਕ ਕਰਵ ਰੇਡੀਅਸ ਹੈ, ਜਿਸ ਨੂੰ ਦੁਬਾਰਾ ਕੇਂਦਰ ਵਿੱਚ ਹੋਣਾ ਚਾਹੀਦਾ ਹੈ। ਅਸੀਂ ਇਸ ਨੂੰ ਡੈਸ਼ਡ ਡੋਟ ਲਾਈਨ ਦੁਆਰਾ ਦਿਖਾਉਂਦੇ ਹਾਂ। ਅਤੇ ਇਹ ਸਲੋਟ ਉਸ ਪੱਧਰ ਤੱਕ ਜਾਂਦਾ ਹੈ। ਇਸ ਲਈ ਅਸੀਂ ਇਸ ਨੂੰ ਡੈਸ਼ਡ 1 ਦੁਆਰਾ ਦਿਖਾਉਂਦੇ ਹਾਂ। ਜਿੱਥੇ ਕਿਤੇ ਵੀ ਸਮੱਗਰੀ ਨੂੰ ਹਟਾਇਆ ਜਾਂਦਾ ਹੈ, ਉਸ ਹਿੱਸੇ ਨੂੰ ਅਸੀਂ ਉਸ ਵਸਤੂ ਦੇ ਅੰਦਰ ਡੈਸ਼ ਦੁਆਰਾ ਦਿਖਾਉਂਦੇ ਹਾਂ। ਜਦੋਂ ਵੀ ਕੋਈ ਕੇਂਦਰ ਅਤੇ ਰੇਡੀਅਸ ਦਿਸ਼ਾ ਤੋਂ ਬਾਹਰ ਨਿਕਲਦਾ ਹੈ ਤਾਂ ਅਸੀਂ ਇਸ ਨੂੰ ਇੱਕ ਧੁਰੀ ਦੁਆਰਾ ਦਿਖਾਉਂਦੇ ਹਾਂ ਜੋ ਉਸ ਵਸਤੂ ਤੋਂ ਵੀ ਬਾਹਰ ਆਉਂਦਾ ਹੈ। ਅਸੀਂ ਇੱਕ ਐਕਸਟੈਂਸ਼ਨ ਕਿਸਮ ਦੀ ਰੇਖਾ ਵਾਂਗ ਦਿਖਾਵਾਂਗੇ। ਇਹ ਹੁਣ ਫਰੰਟ ਵਿਊ ਲਈ ਹੈ ਕਿ ਉਸ ਗਲਾਸ ਬਾਕਸ ਪਲੇਨ ਉੱਤੇ ਪ੍ਰੋਜੈਕਟ ਕਰੋ ਅਤੇ ਉਸ ਪਲੇਨ ਨੂੰ ਫਲਿਪ ਕਰੋ, ਤਾਂ ਸਾਡੇ ਕੋਲ ਇੱਕ ਚੋਟੀ ਦਾ ਦ੍ਰਿਸ਼ ਹੋਵੇਗਾ। ਹੁਣ ਜੇਕਰ ਅਸੀਂ ਉਸ ਉੱਪਰਲੇ ਹਿੱਸੇ ਤੇ ਪ੍ਰੋਜੈਕਸ਼ਨ ਨੂੰ ਵੇਖ ਰਹੇ ਹਾਂ, ਜੋ ਇਸ ਨੂੰ ਖੋਲਦਾ ਹੈ, ਤਾਂ ਇਹ ਉੱਥੇ ਚੋਟੀ ਦੇ ਦ੍ਰਿਸ਼ ਵਜੋਂ ਆਉਂਦਾ ਹੈ। ਇਹ ਪੂਰਾ ਸਰਕਲ ਉੱਥੇ ਇੱਕ ਸਰਕਲ ਵਾਂਗ ਬਾਹਰ ਆਉਂਦਾ ਹੈ, ਤਾਂ ਕਿ ਸਿਲੰਡਰ ਦਾ ਉੱਪਰਲਾ ਹਿੱਸਾ ਇਸ ਵਰਗਾ ਦਿਸਦਾ ਹੈ ਕਿ ਇਹ ਹੈ। ਇਸ ਦੇ ਅੰਦਰ ਇੱਕ ਸੈਮੀ ਸਰਕਲ ਕਿਸਮ ਦੀ ਚੀਜ਼ ਹੈ। ਇਹ ਉਹ ਸੈਮੀ ਸਰਕਲ ਹੈ ਜੋ ਅਸੀਂ ਦੇਖਦੇ ਹਾਂ। ਅਤੇ ਇੱਕ ਸਕੂਪ ਆਊਟ ਖੇਤਰ ਹੈ। ਇਹ ਇੱਕ ਸਕੂਪ ਆਊਟ ਖੇਤਰ ਹੈ ਜੋ ਅਸੀਂ ਦੇਖਾਂਗੇ। ਫਿਰ ਚੋਟੀ ਦੇ ਦ੍ਰਿਸ਼ ਤੇ ਇੱਕ ਹੋਰ ਸਲੋਟ ਕਾਈਡ ਦਾ ਜ਼ੋਨ ਹੈ, ਜੋ ਅਸੀਂ ਦੇਖਣ ਜਾ ਰਹੇ ਹਾਂ ਕਿ ਇਹ ਇੱਕ ਹੈ। ਇਹ ਦੋ ਚੱਕਰ ਹਨ, ਜਿਨ੍ਹਾਂ ਦਾ ਰੇਡੀਅਸ ਹੈ। ਧੁਰਾ ਉਸ ਤਰੀਕੇ ਨਾਲ ਲੰਘ ਰਿਹਾ ਹੈ, ਧੁਰਾ ਉਸ ਤਰੀਕੇ ਨਾਲ ਲੰਘ ਰਿਹਾ ਹੈ। ਇਸ ਲਈ ਅਸੀਂ ਇਸ ਨੂੰ ਇੱਕ ਡੈਸ਼ਡ ਡੋਟ ਕਿਸਮ ਦੀ ਲਾਈਨ ਦੁਆਰਾ, ਇੱਕ ਵੱਡੀ ਡੈਸ਼ ਲਾਈਨ ਅਤੇ ਇੱਕ ਛੋਟੀ ਡੈਸ਼ ਦੁਆਰਾ ਦਿਖਾਉਂਦੇ ਹਾਂ। ਦੁਬਾਰਾ ਵੱਡਾ ਡੈਸ਼, ਛੋਟਾ ਡੈਸ਼, ਇਹ ਉਹ ਤਰੀਕਾ ਹੈ ਜਿਸ ਤਰ੍ਹਾਂ ਅਸੀਂ ਇੱਕ ਧੁਰੇ ਨੂੰ ਦਰਸਾਉਂਦੇ ਹਾਂ। ਇਸ ਲਈ ਇੱਥੇ ਉਹ, ਫਿਰ ਵੱਡਾ ਡੈਸ਼, ਛੋਟਾ, ਵੱਡਾ, ਛੋਟਾ, ਵੱਡਾ, ਇੱਕ ਛੋਟਾ ਅਤੇ ਵੱਡਾ। ਹੁਣ ਇਹ ਇੱਕ ਸਿਲੰਡਰੀਕਲ ਵਸਤੂ ਵਰਗਾ ਹੈ ਜਿਸਦਾ ਇਹ ਰੇਡੀਅਸ ਅੰਡਾਕਾਰ ਕਿਸਮ ਦੇ ਹਿੱਸੇ ਲਈ ਵਧੇਰੇ ਹੁੰਦਾ ਹੈ। ਫਿਰ ਡੈਸ਼ ਤੋਂ ਬਾਅਦ ਡਾਟ ਡੈਸ਼ ਅਤੇ ਹੋਰ। ਹੁਣ ਇਹ ਪੂਰਾ ਅੰਡਾਕਾਰ ਕਿਸਮ ਦਾ ਸਲੋਟ ਇੱਥੇ ਆਉਂਦਾ ਹੈ। ਇਸ ਲਈ ਇਸ ਸੈਮੀ ਸਰਕਲ ਵਾਲੇ ਹਿੱਸੇ ਨਾਲ ਇੱਕ ਆਇਤਾਕਾਰ ਹਿੱਸਾ ਜੁੜਿਆ ਹੋਇਆ ਹੈ। ਇਸ ਤਰੀਕੇ ਨਾਲ ਅਸੀਂ ਗਲਾਸ ਬਾਕਸ ਮੈਥਡ ਦੀ ਵਰਤੋਂ ਕਰਕੇ ਉੱਪਰਲੇ ਦ੍ਰਿਸ਼ ਨੂੰ ਬਣਾਉਂਦੇ ਹਾਂ। ਇੱਕ ਵਾਰ ਜਦੋਂ ਇਹ ਹੋ ਜਾਂਦਾ ਹੈ, ਜਿੱਥੇ ਅਸੀਂ ਇਸ ਅਧਿਕਤਮ ਮਾਪ ਨੂੰ ਮਹਿਸੂਸ ਕਰਾਂਗੇ ਕਿ ਵੱਧ ਤੋਂ ਵੱਧ ਮਾਪ ਅਸੀਂ ਹੁਣ ਉਸ ਵਸਤੂ ਤੇ ਦਿਖਾਉਣ ਜਾ ਰਹੇ ਹਾਂ। ਇਹ ਜ਼ਰੂਰੀ ਨਹੀਂ ਹੈ ਕਿ ਸਾਹਮਣੇ ਦਾ ਦ੍ਰਿਸ਼ ਹਮੇਸ਼ਾ ਇਸ ਦਿਸ਼ਾ ਵਿੱਚ ਹੋਵੇ। ਇਹ ਜ਼ਰੂਰੀ ਨਹੀਂ ਹੈ ਕਿ ਸਾਹਮਣੇ ਵਾਲਾ ਦ੍ਰਿਸ਼ ਇਹ ਮੰਨਿਆ ਜਾਵੇ ਕਿ ਅਸੀਂ ਹਮੇਸ਼ਾ ਇਸ ਨੂੰ ਵੀ ਸਾਹਮਣੇ ਵਾਲਾ ਦ੍ਰਿਸ਼ ਚੁਣ ਸਕਦੇ ਹਾਂ। ਜਿੱਥੇ ਅਸੀਂ ਵੱਧ ਤੋਂ ਵੱਧ ਮਾਪਾਂ ਨੂੰ ਚੁਣਨ ਜਾ ਰਹੇ ਹਾਂ, ਉਹ ਮਾਪ ਜੋ ਅਸੀਂ ਸਾਹਮਣੇ ਵਾਲੇ ਦ੍ਰਿਸ਼ ਵਜੋਂ ਚੁਣਨ ਜਾ ਰਹੇ ਹਾਂ। ਇਸ ਸਥਿਤੀ ਵਿੱਚ, ਜੇਕਰ ਇਹ ਸਾਹਮਣੇ ਵਾਲਾ ਦ੍ਰਿਸ਼ ਹੈ ਜੋ ਅਸੀਂ ਦਿਖਾਉਣ ਜਾ ਰਹੇ ਹਾਂ, ਤਾਂ ਬੋਟਮ ਵਾਲਾ ਇੱਕ ਬੋਟਮ ਪੱਧਰ ਤੇ ਆਉਂਦਾ ਹੈ, ਤਾਂ ਜੋ ਬੋਟਮ ਦਾ ਦ੍ਰਿਸ਼ ਵੀ ਹੋ ਸਕਦਾ ਹੈ। ਪਰ ਇੱਕ ਵਾਰ ਜਦੋਂ ਅਸੀਂ ਇਸ ਨੂੰ ਸਾਹਮਣੇ ਦੇ ਦ੍ਰਿਸ਼ ਦੀ ਦਿਸ਼ਾ ਦੇ ਰੂਪ ਵਿੱਚ ਫਿਕਸ ਕਰਦੇ ਹਾਂ ਤਾਂ ਇਹ ਬਣ ਜਾਵੇਗਾ ਸਾਹਮਣੇ ਦਾ ਦ੍ਰਿਸ਼ ਹੈ। ਇਹ ਗਲਾਸ ਬਾਕਸ ਮੈਥਡ ਚੋਟੀ ਦਾ ਦ੍ਰਿਸ਼ ਹੈ। ਫਿਰ ਸਾਈਡ ਵਿਊ, ਜੇਕਰ ਅਸੀਂ ਇਸ ਨੂੰ ਉਸ ਪਲੇਨ ਤੇ ਅਨੁਮਾਨਾਂ ਦਾ ਪਤਾ ਲਗਾਉਣ ਜਾ ਰਹੇ ਹਾਂ ਜੋ ਸਾਨੂੰ ਇਸ ਗਲਾਸ ਬਾਕਸ ਮੈਥਡ ਲਈ ਪ੍ਰੋਜੈਕਸ਼ਨਸ ਪ੍ਰਾਪਤ ਕਰਨਾ ਹੈ, ਤਾਂ ਉਹ ਦ੍ਰਿਸ਼ ਇਸ ਪੱਧਰ ਤੇ ਆਉਂਦਾ ਹੈ। ਆਓ ਇਸ ਅਨੁਮਾਨ ਲਈ ਕੁਝ ਸੁਝਾਅ ਵੇਖੀਏ। ਸਭ ਤੋਂ ਪਹਿਲਾਂ ਵਸਤੂ ਨੂੰ ਉਸ ਸਭ ਤੋਂ ਵਧੀਆ ਸਥਿਤੀ ਵੱਲ ਮੋੜੋ। ਵਸਤੂ ਨੂੰ ਚੁਣੋ, ਇਸ ਨੂੰ ਕੁਦਰਤੀ ਸਥਿਤੀ ਵਿੱਚ ਰੱਖੋ। ਉਸ ਤੋਂ ਬਾਅਦ ਆਰਥੋਗ੍ਰਾਫਿਕ ਦ੍ਰਿਸ਼ ਉਸ ਵਸਤੂ ਦੇ ਟਰੂ ਆਕਾਰ ਨੂੰ ਦਰਸਾਉਣੇ ਚਾਹੀਦੇ ਹਨ ਅਤੇ ਇਹ ਸਾਨੂੰ ਵਸਤੂ ਦਾ ਟਰੂ ਸ਼ੇਪ ਦਿਖਾਉਣਾ ਚਾਹੀਦਾ ਹੈ।
ਅਤੇ ਇਹ ਜਿੰਨਾ ਸੰਭਵ ਹੋ ਸਕੇ ਹੋਣਾ ਚਾਹੀਦਾ ਹੈ। ਉਦਾਹਰਨ ਲਈ, ਇੱਥੇ ਦੋ ਆਰਥੋਗ੍ਰਾਫਿਕ ਅਨੁਮਾਨ ਜੋ ਅਸੀਂ ਦਿਖਾ ਰਹੇ ਹਾਂ। ਇੱਕ ਚੰਗਾ ਹੈ। ਇਹ ਕੁਝ ਵੀ ਗਲਤ ਨਹੀਂ ਹੈ। ਹਾਲਾਂਕਿ, ਕੀ ਚੰਗਾ ਹੈ? ਕੀ ਉਹ ਚੰਗਾ ਨਹੀਂ ਹੈ? ਸਾਨੂੰ ਇਹ ਫੈਸਲਾ ਕਰਨਾ ਹੋਵੇਗਾ। ਉਦਾਹਰਨ ਲਈ, ਇੱਥੇ ਇੱਕ ਬੇਅਰਿੰਗ ਮੌਜੂਦ ਹੈ। ਜਿਵੇਂ ਇੱਕ ਆਕਾਰ ਮੌਜੂਦ ਹੈ, 3D ਬੇਅਰਿੰਗ ਕਿਸਮ ਦੀ ਸ਼ਕਲ ਮੌਜੂਦ ਹੈ। ਅਤੇ ਸਾਨੂੰ ਇਹ ਫੈਸਲਾ ਕਰਨਾ ਪਏਗਾ ਕਿ ਇਸ ਪ੍ਰਭਾਵ ਨੂੰ ਸ਼ੁਰੂ ਵਿੱਚ ਉਸ ਦਿਸ਼ਾ ਵਿੱਚ ਕੀ ਵਿਚਾਰ ਕੀਤਾ ਜਾ ਸਕਦਾ ਹੈ। ਅਤੇ ਜੇਕਰ ਅਸੀਂ ਸਿੱਧੇ ਤੌਰ ਤੇ ਇਸ ਤਰ੍ਹਾਂ ਦੀ ਦਿਸ਼ਾ ਨੂੰ ਚੁਣ ਰਹੇ ਹਾਂ ਤਾਂ ਗਲਾਸ ਬਾਕਸ ਮੈਥਡ ਦੀ ਵਰਤੋਂ ਕਰਕੇ ਇਸ ਬਾਕਸ ਨੂੰ ਪ੍ਰੋਜੈਕਟ ਕਰੋ। ਇਸ ਬੇਅਰਿੰਗ ਨੂੰ ਉਸ ਸਾਹਮਣੇ ਵਾਲੇ ਦ੍ਰਿਸ਼ ਤੇ ਪ੍ਰੋਜੈਕਟ ਕਰੋ। ਇਸੇ ਤਰ੍ਹਾਂ ਇਸ ਨੂੰ ਸੱਜੇ ਪਾਸੇ ਟੌਪ ਵਿਊ ਪ੍ਰੋਜੈਕਟ ਤੇ ਪ੍ਰੋਜੈਕਟ ਕਰੋ। ਇਸ ਵਿੱਚ ਕੁਝ ਵੀ ਗਲਤ ਨਹੀਂ ਹੈ, ਪਰ ਉਹਨਾਂ ਦ੍ਰਿਸ਼ਾਂ ਨੂੰ ਬਣਾਉਣਾ ਥੋੜਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਇਹ ਇੱਕ ਚੰਗਾ ਵਿਚਾਰ ਨਹੀਂ ਹੈ। ਇਸ ਲਈ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰੋ। ਇਸ ਦੀ ਬਜਾਏ ਕਿ ਅਸੀਂ ਇਸ ਵਸਤੂ ਨੂੰ ਇੱਕ ਖਾਸ ਚੀਜ਼ ਵਿੱਚ ਬਦਲ ਸਕਦੇ ਹਾਂ। ਇਸ ਲਈ ਸੰਭਵ ਤੌਰ ਤੇ ਕੁਦਰਤੀ ਪ੍ਰੋਜੈਕਸ਼ਨ ਸਥਿਤੀ ਨੂੰ ਚੁਣੋ। ਇਸ ਨੂੰ ਥੋੜਾ ਜਿਹਾ ਇਸ ਤਰ੍ਹਾਂ ਮੋੜੋ ਕਿ ਗਲਾਸ ਬਾਕਸ ਮੈਥਡ ਨਾਲ ਇਕਸਾਰ ਹੋਵੇ। ਇਹ ਸ਼ੁਰੂਆਤੀ ਸੰਰਚਨਾ ਹੈ। ਇਸ ਨੂੰ ਇਸ ਤਰ੍ਹਾਂ ਘੁਮਾਓ ਕਿ ਅਸੀਂ ਵੱਧ ਤੋਂ ਵੱਧ ਦ੍ਰਿਸ਼ ਦੇਖ ਸਕਦੇ ਹਾਂ। ਅਤੇ ਵਿਊਜ਼ ਬਣਾਉਣਾ ਵੀ ਸਾਡੇ ਲਈ ਆਸਾਨ ਹੋ ਜਾਂਦਾ ਹੈ। ਜੇਕਰ ਅਸੀਂ ਇਸ ਨੂੰ ਇਸ ਤਰੀਕੇ ਨਾਲ ਕਰ ਸਕਦੇ ਹਾਂ, ਤਾਂ ਇਹ ਤਰੀਕਾ ਵਧੀਆ ਹੈ। ਹੁਣ ਸਾਨੂੰ ਇਹ ਫੈਸਲਾ ਕਰਨ ਲਈ ਸਾਹਮਣੇ ਵਾਲਾ ਦ੍ਰਿਸ਼ ਚੁਣਨਾ ਹੋਵੇਗਾ ਕਿ ਕਿਸੇ ਵਸਤੂ ਦਾ ਸਭ ਤੋਂ ਲੰਬਾ ਡਾਇਮੈਂਸ਼ਨ ਸਾਹਮਣੇ ਦ੍ਰਿਸ਼ ਵਿੱਚ ਚੌੜਾਈ ਦੇ ਰੂਪ ਵਿੱਚ ਦਰਸਾਉਣਾ ਚਾਹੀਦਾ ਹੈ। ਇਸ ਲਈ ਆਓ ਦੇਖੀਏ ਕਿ ਕਿਸੇ ਵੀ ਦ੍ਰਿਸ਼ ਨੂੰ ਬਣਾਉਣ ਲਈ ਇਹ ਕੁਝ ਸੁਝਾਅ ਹਨ। ਅਤੇ ਚੁਣੇ ਹੋਏ ਐਡਜੇਸੈਂਟ ਦ੍ਰਿਸ਼ ਤੋਂ ਕਿਸੇ ਵੀ ਨੇੜਲੇ ਦ੍ਰਿਸ਼ ਪ੍ਰੋਜੈਕਟ ਨੂੰ ਕੁਦਰਤੀ ਸਥਿਤੀ ਵਿੱਚ ਪ੍ਰਗਟ ਕੀਤਾ ਜਾਣਾ ਚਾਹੀਦਾ ਹੈ। ਇਹ ਦੋ ਸੁਝਾਅ ਹਨ ਜਿਨ੍ਹਾਂ ਦਾ ਕੋਈ ਪਾਲਣ ਕਰ ਸਕਦਾ ਹੈ। ਆਓ ਅਸੀਂ ਇਹਨਾਂ ਸੁਝਾਵਾਂ ਨੂੰ ਵੇਖੀਏ। ਉਦਾਹਰਨ ਲਈ, ਅਸੀਂ ਇੱਕ ਕਾਰ ਆਟੋਮੋਬਾਈਲ ਕਾਰ ਲਈ ਦ੍ਰਿਸ਼ ਬਣਾਉਣਾ ਚਾਹੁੰਦੇ ਹਾਂ। ਜੇਕਰ ਅਸੀਂ ਬੋਟਮ ਤੋਂ ਦੇਖ ਕੇ ਦ੍ਰਿਸ਼ਾਂ ਦਾ ਨਿਰਮਾਣ ਕਰ ਰਹੇ ਹਾਂ, ਸ਼ਾਇਦ ਕਾਰ ਇਸ ਤਰ੍ਹਾਂ ਦਿਖਾਈ ਦੇ ਸਕਦੀ ਹੈ। ਸ਼ਾਇਦ ਇਹ ਬੋਟਮ ਖੱਬਾ ਸੱਜੇ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਾਰ ਨੂੰ ਕਿਵੇਂ ਰੱਖਣ ਜਾ ਰਹੇ ਹਾਂ। ਉਦਾਹਰਨ ਲਈ, ਆਓ ਵਿਚਾਰ ਕਰੀਏ ਕਿ ਸਾਡੀ ਕਾਰ ਇਸ ਕਿਸਮ ਦੀ ਹੈ। ਜੇਕਰ ਮੈਂ ਇਸ ਨੂੰ ਸਾਹਮਣੇ ਦੇ ਦ੍ਰਿਸ਼ ਵਜੋਂ ਚੁਣਨ ਜਾ ਰਿਹਾ ਹਾਂ, ਤਾਂ ਇਹ ਉਸ ਦ੍ਰਿਸ਼ ਨੂੰ ਚੁੱਕਣ ਦਾ ਕੁਦਰਤੀ ਤਰੀਕਾ ਹੈ। ਕੋਈ ਇਸ ਨੂੰ ਵੀ ਇੱਕ ਦ੍ਰਿਸ਼ ਵਜੋਂ ਚੁਣ ਸਕਦਾ ਹੈ। ਹਾਲਾਂਕਿ ਇਹ ਇਸ ਪਿਕਚਰ ਲਈ ਢੁਕਵਾਂ ਨਹੀਂ ਹੈ, ਇਸ ਲਈ ਤੁਹਾਨੂੰ ਇਸ ਤਰ੍ਹਾਂ ਦੀ ਇੰਟਿਊਸ਼ਨ ਹੋਣੀ ਚਾਹੀਦੀ ਹੈ ਕਿ ਉਸ ਕਾਰ ਨੂੰ ਦੇਖਣ ਦਾ ਸਾਡਾ ਕੁਦਰਤੀ ਤਰੀਕਾ ਕੀ ਹੈ, ਅਤੇ ਉਸ ਨੂੰ ਸਾਹਮਣੇ ਵਾਲੇ ਦ੍ਰਿਸ਼ ਵਜੋਂ ਲਿਆਓ। ਇਸ ਲਈ ਜੇਕਰ ਅਸੀਂ ਇਸ ਨੂੰ ਸਾਹਮਣੇ ਦੇ ਦ੍ਰਿਸ਼ ਵਜੋਂ ਚੁਣ ਰਹੇ ਹਾਂ, ਤਾਂ ਇਹ ਇਸ ਕਾਰ ਲਈ ਬਹੁਤ ਕੁਦਰਤੀ ਨਹੀਂ ਹੈ। ਉਦਾਹਰਨ ਲਈ, ਜੇਕਰ ਮੈਂ ਇਸ ਨੂੰ ਸਾਹਮਣੇ ਵਾਲਾ ਦ੍ਰਿਸ਼ ਕਹਿ ਰਿਹਾ ਹਾਂ, ਅਤੇ ਉਸ ਕਾਰ ਦੇ ਬੋਟਮ ਤੋਂ ਜੇਕਰ ਮੈਂ ਸੱਚਮੁੱਚ ਉਸ ਕਾਰ ਨੂੰ ਦੇਖਣਾ ਚਾਹੁੰਦਾ ਹਾਂ ਜੋ ਬਾਹਰ ਨਿਕਲਦੀ ਹੈ, ਇਸ ਤਰੀਕੇ ਨਾਲ ਹੋਣਾ ਇਸ ਲਈ ਇਹ ਇੱਕ ਚੰਗਾ ਵਿਚਾਰ ਨਹੀਂ ਹੈ। ਪਾਸੇ ਦੇ ਵਿਚਾਰ, ਜੇਕਰ ਅਸੀਂ ਇਸ ਨੂੰ ਇਸ ਤਰੀਕੇ ਨਾਲ ਚੁਣ ਰਹੇ ਹਾਂ ਤਾਂ ਇਹ ਇੱਕ ਚੰਗਾ ਵਿਚਾਰ ਨਹੀਂ ਹੈ। ਇਸ ਦੀ ਬਜਾਏ ਕਿ ਅਸੀਂ ਉਹੀ ਕਰ ਸਕਦੇ ਸੀ ਜੋ ਅਸੀਂ ਉਸੇ ਕਾਰ ਲਈ ਕਰ ਸਕਦੇ ਸੀ, ਜੋ ਅਸੀਂ ਰੱਖੀ ਹੋਈ ਕਾਰ ਲਈ ਸਾਹਮਣੇ ਦਾ ਦ੍ਰਿਸ਼ ਕਰ ਸਕਦੇ ਸੀ।
ਇਸ ਲਈ ਬੋਕਸ ਗਲਾਸ ਬੌਕਸ ਮੈਥਡ ਵਿੱਚ ਕਾਰ ਕਿਸੇ ਵੀ ਇੰਕਲੀਨੇਸ਼ਨ ਵਿੱਚ ਹੋ ਸਕਦੀ ਹੈ। ਪਰ ਜੇਕਰ ਅਸੀਂ ਇਹ ਫੈਸਲਾ ਕਰਨ ਜਾ ਰਹੇ ਹਾਂ ਤਾਂ ਮੈਂ ਇੱਕ ਸਾਹਮਣੇ ਦਾ ਦ੍ਰਿਸ਼ ਦੇਖਣਾ ਚਾਹਾਂਗਾ। ਮੈਂ ਕਾਰ ਨੂੰ ਉਸ ਦਿਸ਼ਾ ਵਿੱਚ ਰੱਖਿਆ ਹੁੰਦਾ ਤਾਂ ਕਾਰ ਉਸ ਤਰੀਕੇ ਨਾਲ ਜਾਂਦੀ ਹੈ। ਜਦੋਂ ਅਸੀਂ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ, ਇਹ ਇਸ ਵਿੱਚੋਂ ਲੰਘਦੀ ਹੈ। ਇਸ ਲਈ ਇਹ ਸਾਹਮਣੇ ਵਾਲਾ ਦ੍ਰਿਸ਼ ਹੈ, ਚੋਟੀ ਦਾ ਦ੍ਰਿਸ਼ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇੱਕ ਪਹੀਏ ਇੱਥੇ ਜਾ ਰਹੇ ਹਨ। ਇਹਨਾਂ ਪਹੀਆਂ ਨਾਲ ਮੇਲ ਖਾਣ ਦਾ ਨਕਸ਼ਾ ਇਹ ਵਿੰਡਸ਼ੀਲਡ ਹੈ ਜੋ ਅਸੀਂ ਲੈਣ ਜਾ ਰਹੇ ਹਾਂ। ਇਹ ਸਾਰੀ ਸਮੱਗਰੀ ਵਿੰਡਸ਼ੀਲਡ ਹੈ। ਸਿਖਰਲੇ ਹਿੱਸੇ ਨੂੰ ਦੁਬਾਰਾ ਇਹ ਇਸ ਨਾਲ ਮੇਲ ਖਾਂਦਾ ਹੈ। ਇਸ ਲਈ ਕਾਰ ਦੀ ਇਹ ਲਾਈਨ ਇਸ ਨਾਲ ਮੇਲ ਖਾਂਦੀ ਹੈ। ਕਾਰ ਦਾ ਉੱਪਰਲਾ ਹਿੱਸਾ ਉੱਥੇ ਜਾਂਦਾ ਹੈ। ਇਹ ਉੱਥੇ ਹੀ ਖਤਮ ਹੁੰਦਾ ਹੈ। ਦੁਬਾਰਾ ਇਹ ਹਿੱਸਾ ਉੱਥੇ ਇੱਕ ਇਨਕਲਾਈਨ ਨਾਲ ਮੇਲ ਖਾਂਦਾ ਹੈ ਅਤੇ ਇਹ ਪਹੀਏ ਇੱਥੇ ਨਿਕਲਦੇ ਹਨ। ਇਸ ਲਈ ਇਹ ਸਭ ਤੋਂ ਉੱਚਾ ਦ੍ਰਿਸ਼ ਹੈ ਜੋ ਅਸਲ ਵਿੱਚ ਇੱਕ ਕਾਰ ਸਾਈਡ ਵਿਊ ਲਈ ਡਰਾ ਕਰ ਸਕਦਾ ਹੈ। ਸਾਨੂੰ ਉਸ ਪ੍ਰੋਜੈਕਟ ਨੂੰ ਉੱਥੋਂ ਦੇਖਣਾ ਪਏਗਾ ਅਤੇ ਜੋ ਅਸੀਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਇਹ ਹੈ ਕਿ ਅਸੀਂ ਇਸ ਨੂੰ ਖੋਲ੍ਹਣਾ ਚਾਹਾਂਗੇ। ਇਸ ਲਈ ਸਾਈਡ ਦ੍ਰਿਸ਼ ਆ ਜਾਵੇਗਾ ਇਸ ਦਿਸ਼ਾ ਵਿੱਚ। ਦੂਸਰਾ ਟਿਪ ਇਹ ਹੈ ਕਿ ਸਾਹਮਣੇ ਵਾਲੇ ਦ੍ਰਿਸ਼ ਲਈ ਇਸ ਵਿੱਚ ਸਭ ਤੋਂ ਘੱਟ ਗਿਣਤੀ ਵਿੱਚ ਛੁਪੀਆਂ ਲਾਈਨਾਂ ਹਨ। ਇਸ ਲਈ ਜਿੰਨੀਆਂ ਸੰਭਵ ਹੋ ਸਕੇ ਛੋਟੀਆਂ ਛੁਪੀਆਂ ਲਾਈਨਾਂ ਸਾਨੂੰ ਉਸ ਸਾਹਮਣੇ ਵਾਲੇ ਦ੍ਰਿਸ਼ ਵਿੱਚ ਲਿਆਉਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਅਸੀਂ ਸਾਹਮਣੇ ਵਾਲੇ ਦ੍ਰਿਸ਼ ਨੂੰ ਪੂਰੀ ਤਰ੍ਹਾਂ ਖੋਜਣ ਦੀ ਸਥਿਤੀ ਵਿੱਚ ਹੋਵਾਂਗੇ। ਆਓ ਅਸੀਂ ਇਸ ਸਧਾਰਨ ਵਸਤੂ ਨੂੰ ਵੇਖੀਏ। ਜੇਕਰ ਅਸੀਂ ਇਸ ਨੂੰ ਸਾਹਮਣੇ ਦੇ ਦ੍ਰਿਸ਼ ਵਜੋਂ ਚੁਣ ਰਹੇ ਹਾਂ ਤਾਂ ਕੋਈ ਲੁਕਵੀਂ ਲਾਈਨ ਨਹੀਂ ਹੈ ਜਿਸ ਨੂੰ ਦੇਖਣ ਦੀ ਸਥਿਤੀ ਵਿੱਚ ਦਿਖਾਈ ਨਹੀਂ ਦੇਵੇਗਾ। ਇਸ ਸਾਹਮਣੇ ਵਾਲੇ ਦ੍ਰਿਸ਼ ਲਈ ਜੇਕਰ ਅਸੀਂ ਇਹ ਦੇਖ ਰਹੇ ਹਾਂ ਕਿ ਜੋ ਅਸੀਂ ਦੇਖਣ ਜਾ ਰਹੇ ਹਾਂ ਇਹ ਇੱਕ ਕਦਮ ਦੇ ਤੌਰ ਤੇ ਵਸਤੂ ਦੇ ਰੂਪ ਵਿੱਚ ਹੈ ਅਤੇ ਜੋ ਨਕਸ਼ੇ ਰਾਹੀਂ ਜਾਂਦਾ ਹੈ ਉੱਥੇ ਇਹ ਲਾਈਨਾਂ ਉਸ ਨਾਲ ਮੇਲ ਖਾਂਦੀਆਂ ਹਨ ਅਤੇ ਦੁਬਾਰਾ ਇਹ ਲਾਈਨਾਂ ਉਸੇ ਤਰ੍ਹਾਂ ਮੇਲ ਖਾਂਦੀਆਂ ਹਨ। ਇਸ ਲਈ ਜੇਕਰ ਅਸੀਂ ਸਾਹਮਣੇ ਵਾਲਾ ਦ੍ਰਿਸ਼ ਡਰਾਇੰਗ ਕਰ ਰਹੇ ਹਾਂ ਤਾਂ ਇਹ ਨਿਕਲਦਾ ਹੈ ਕਿ ਉੱਥੇ ਇੱਕ ਖਾਲੀ ਹਿੱਸਾ ਹੈ ਅਤੇ ਇਹ ਉਸ ਹਿੱਸੇ ਵਿੱਚੋਂ ਲੰਘਦਾ ਹੈ ਅਤੇ ਉੱਪਰ ਵਾਲਾ ਉੱਥੇ ਆਉਂਦਾ ਹੈ। ਉੱਥੇ ਇੱਕ ਛੇਕ ਹੈ ਪਰ ਇਹ ਛੇਕ ਉੱਥੇ ਡੈਸ਼ਡ ਲਾਈਨ ਦੁਆਰਾ ਦਰਸਾਈ ਗਈ ਹੈ। ਇਹ ਸਾਹਮਣੇ ਵਾਲਾ ਦ੍ਰਿਸ਼ ਹੈ ਜੋ ਅਸੀਂ ਉਸੇ ਕੇਸ ਲਈ ਉੱਪਰਲੇ ਦ੍ਰਿਸ਼ ਲਈ ਦੇਖਣ ਜਾਵਾਂਗੇ। ਜੇਕਰ ਅਸੀਂ ਗਲਾਸ ਬੌਕਸ ਮੈਥਡ ਦੀ ਵਰਤੋਂ ਕਰਨ ਜਾ ਰਹੇ ਹਾਂ ਤਾਂ ਇਹ ਲਾਈਨ ਉੱਥੇ ਆਉਂਦੀ ਹੈ। ਇਹ ਲਾਈਨਾਂ ਇਸ ਵਿੱਚੋਂ ਲੰਘਦੀਆਂ ਹਨ ਕਿ ਇੱਥੇ ਦੁਬਾਰਾ ਇੱਥੇ ਹੈ। ਅਸੀਂ ਵੇਖਾਂਗੇ ਕਿ ਇਹ ਇੱਕ ਲਾਈਨ ਹੈ। ਇਹ ਸਰਕਲ ਹੈ ਜੋ ਵੀ ਉਹ ਚੱਕਰ ਇੱਕ ਲੁਕਵੀਂ ਲਾਈਨ ਦੇ ਨਕਸ਼ੇ ਵਜੋਂ ਉੱਥੇ ਹੈ। ਅਸੀਂ ਉੱਥੇ ਵੇਖਾਂਗੇ ਅਤੇ ਇਸ ਬਚੇ ਹੋਏ ਹਿੱਸੇ ਨੂੰ ਅਸੀਂ ਇਸ ਨੂੰ ਸਿਖਰ ਦੇ ਦ੍ਰਿਸ਼ ਵਿੱਚ ਇਸ ਤਰ੍ਹਾਂ ਵੇਖਾਂਗੇ ਕਿ ਇਸ ਸਰਕਲ ਉੱਤੇ ਇਸ ਦੇ ਲਈ ਪ੍ਰਸਤੁਤ ਚੋਟੀ ਦੇ ਦ੍ਰਿਸ਼ ਲਈ ਇਹ ਪੂਰਾ ਬਲੌਕ ਅਸੀਂ ਵੇਖਾਂਗੇ ਕਿ ਇਸ ਤਰੀਕੇ ਨਾਲ ਜੇ ਅਸੀਂ ਇਸ ਨੂੰ ਬਣਾਉਣ ਜਾ ਰਹੇ ਹਾਂ ਤਾਂ ਅਸੀਂ ਗਲਾਸ ਬੌਕਸ ਸਾਈਡ ਵਿਊ ਦੀ ਵਰਤੋਂ ਕਰਕੇ ਅਸਲ ਵਿੱਚ ਇਸ ਚੋਟੀ ਦੇ ਦ੍ਰਿਸ਼ ਨੂੰ ਬਣਾ ਸਕਦੇ ਹਾਂ। ਆਓ ਦੇਖੀਏ ਕਿ ਇਹ ਸਾਰਾ ਆਬਜੈਕਟ ਇਹਨਾਂ ਲਾਈਨਾਂ ਨਾਲ ਘਿਰਿਆ ਹੋਇਆ ਹੈ ਜੋ ਅਸੀਂ ਦੇਖਣ ਜਾ ਰਹੇ ਹਾਂ। ਇੱਥੇ ਇਸ ਕਿਸਮ ਦਾ ਬਲੌਕ ਹੈ ਜੋ ਇਹ ਹੈ। ਫਿਰ ਇਹ ਥੋੜਾ ਜਿਹਾ ਉੱਪਰ ਜਾਂਦਾ ਹੈ, ਐਲ ਆਕਾਰ ਵਾਂਗ ਆਉਂਦਾ ਹੈ ਅਤੇ ਇਸ ਤਰੀਕੇ ਨਾਲ ਜਾਂਦਾ ਹੈ।
ਅਤੇ ਇਹ ਉੱਥੇ ਆਉਂਦਾ ਹੈ। ਉੱਥੇ ਲੁਕਵੀਂ ਲਾਈਨ ਹੁੰਦੀ ਹੈ ਅਤੇ ਇੱਕ ਲੁਕਵੀਂ ਲਾਈਨ ਵੀ ਹੁੰਦੀ ਹੈ। ਇਸ ਲਈ ਇਹ ਸਾਈਡ ਵਿਊ ਹੈ, ਅਸੀਂ ਇਸ ਨੂੰ ਦਰਸਾਉਂਦੇ ਹਾਂ। ਇਸ ਲਈ ਜੇਕਰ ਅਸੀਂ ਦੇਖ ਰਹੇ ਹਾਂ ਕਿ ਜੇਕਰ ਅਸੀਂ ਇਸ ਦਿਸ਼ਾ ਵਿੱਚ ਸਾਹਮਣੇ ਦਾ ਦ੍ਰਿਸ਼ ਚੁਣਦੇ ਹਾਂ ਤਾਂ ਜੋ ਅਸੀਂ ਦੇਖਦੇ ਹਾਂ ਕਿ ਇਹ ਸਰਕਲ ਉੱਥੇ ਪ੍ਰਸਤੁਤ ਹੋਵੇਗਾ। ਇਸ ਲਈ ਅਸੀਂ ਡੈਸ਼ ਡਾਟ ਲਾਈਨਾਂ ਦੁਆਰਾ ਵਰਤ ਸਕਦੇ ਹਾਂ ਅਤੇ ਸਿਰਫ ਅੰਦਰੂਨੀ ਲੁਕਿਆ ਹੋਇਆ ਹਿੱਸਾ ਬਾਹਰ ਆਉਂਦਾ ਹੈ ਅਤੇ ਸਾਡੇ ਕੋਲ ਇਹ ਵੱਧ ਤੋਂ ਵੱਧ ਮਾਪ ਇੱਥੇ ਪ੍ਰਸਤੁਤ ਹੁੰਦੇ ਹਨ। ਅਤੇ ਲੁਕੀਆਂ ਲਾਈਨਾਂ ਸਿਰਫ ਉਸੇ ਪੱਧਰ ਤੇ ਜਾਂਦੀਆਂ ਹਨ। ਜੇਕਰ ਅਸੀਂ ਉਸ ਨੂੰ ਸਾਹਮਣੇ ਵਾਲੇ ਦ੍ਰਿਸ਼ ਦੇ ਤੌਰ ਤੇ ਨਹੀਂ ਚੁਣ ਰਹੇ ਹਾਂ, ਪਰ ਜੇਕਰ ਅਸੀਂ ਇਸ ਬੈਕ ਸਾਈਡ ਨੂੰ ਸਾਹਮਣੇ ਵਾਲੇ ਦ੍ਰਿਸ਼ ਵਜੋਂ ਚੁਣ ਰਹੇ ਹਾਂ, ਤਾਂ ਵੇ ਫਿਗਰ ਇਸ ਤਰ੍ਹਾਂ ਹੋਵੇਗਾ। ਇਸ ਸਥਿਤੀ ਵਿੱਚ ਅਸੀਂ ਇਸ ਸਰਕਲ ਨੂੰ ਕੀ ਕਰਨਾ ਹੈ, ਇਹ ਦਿਖਾਈ ਦੇਵੇਗਾ। ਪਰ ਇਹ ਲਾਈਨ ਜੋ ਪਿਛਲੇ ਪਾਸੇ ਤੋਂ ਦਿਖਾਈ ਨਹੀਂ ਦਿੰਦੀ ਹੈ, ਸਾਨੂੰ ਇਸ ਨੂੰ ਲੁਕਵੀਂ ਲਾਈਨ ਦੁਆਰਾ ਦਿਖਾਉਣਾ ਹੋਵੇਗਾ। ਜੇਕਰ ਅਸੀਂ ਇਸ ਦ੍ਰਿਸ਼ ਨੂੰ ਚੁਣਦੇ ਹਾਂ ਤਾਂ ਇਹ ਸਰਕਲ ਵੀ ਦਿਖਾਈ ਨਹੀਂ ਦਿੰਦਾ ਹੈ। ਇਸ ਲਈ ਦੁਬਾਰਾ ਸਾਡੇ ਕੋਲ ਡੈਸ਼ਡ ਲਾਈਨਾਂ ਹੋਣਗੀਆਂ, ਜਿਸ ਦਾ ਮਤਲਬ ਹੈ ਕਿ ਜੇਕਰ ਅਸੀਂ ਇਸ ਦ੍ਰਿਸ਼ ਨੂੰ ਚੁਣ ਰਹੇ ਹਾਂ ਤਾਂ ਇੱਕ ਲੁਕਵੀਂ ਲਾਈਨ ਅਤੇ ਦੂਜੀ ਲੁਕਵੀਂ ਲਾਈਨ ਸਾਨੂੰ ਉੱਥੇ ਦਰਸਾਉਣੀ ਪਵੇਗੀ। ਜੇਕਰ ਅਸੀਂ ਇਸ ਨੂੰ ਦ੍ਰਿਸ਼ ਦੇ ਤੌਰ ਤੇ ਚੁਣ ਰਹੇ ਹਾਂ, ਤਾਂ ਸਾਹਮਣੇ ਵਾਲਾ ਦ੍ਰਿਸ਼ ਸਾਡੇ ਕੋਲ ਸਿਰਫ ਇੱਕ ਲੁਕਵੀਂ ਲਾਈਨ ਹੈ। ਇਸ ਲਈ ਟਿਪ ਸਭ ਤੋਂ ਘੱਟ ਗਿਣਤੀ ਵਿੱਚ ਛੁਪੀਆਂ ਲਾਈਨਾਂ ਵੀ ਇਸ ਫਰੰਟ ਵਿਊ ਨੂੰ ਚੁਣਨ ਲਈ ਨਿਰਧਾਰਤ ਕਰਦੀਆਂ ਹਨ। ਇਹ ਦਿਸ਼ਾ ਸਾਨੂੰ ਇਸ ਨੂੰ ਚੁਣਨਾ ਹੈ। ਇਹ ਇਸ ਦੇ ਮੁਕਾਬਲੇ ਸਾਹਮਣੇ ਦ੍ਰਿਸ਼ ਨੂੰ ਚੁਣਨ ਲਈ ਇੱਕ ਵਧੀਆ ਵਿਕਲਪ ਹੈ। ਇੱਥੇ ਕੁਝ ਵੀ ਗਲਤ ਨਹੀਂ ਹੈ। ਪਰ ਇੱਕ ਫਰੰਟ ਵਿਊ ਦੇ ਤੌਰ ਤੇ ਕਿਸੇ ਚੀਜ਼ ਨੂੰ ਚੁਣਨ ਦੀ ਸਟੈਂਡਰਡ ਪ੍ਰਕਿਰਿਆ ਹੈ, ਜਿਵੇਂ ਕਿ ਇਹ ਸਭ ਤੋਂ ਘੱਟ ਗਿਣਤੀ ਵਿੱਚ ਲੁਕੀਆਂ ਹੋਈਆਂ ਲਾਈਨਾਂ ਹੋਣੀਆਂ ਚਾਹੀਦੀਆਂ ਹਨ ਅਤੇ ਉਸ ਸਾਹਮਣੇ ਦ੍ਰਿਸ਼ ਪੱਧਰ ਤੇ ਵੱਧ ਤੋਂ ਵੱਧ ਵੇਰਵਿਆਂ ਦੀ ਪੜਚੋਲ ਕਰਨੀ ਚਾਹੀਦੀ ਹੈ। ਦੂਸਰਾ ਟਿਪ ਇਹ ਹੈ ਕਿ ਅਜੇਸੈਂਟ ਵਿਊ ਨੂੰ ਚੁਣੋ, ਜਿਸ ਵਿੱਚ ਉਸ ਲਈ ਸਭ ਤੋਂ ਘੱਟ ਗਿਣਤੀ ਵਿੱਚ ਲੁਕੀਆਂ ਲਾਈਨਾਂ ਹਨ। ਜੇਕਰ ਅਸੀਂ ਇਸ ਨੂੰ ਸਾਹਮਣੇ ਵਾਲੇ ਦ੍ਰਿਸ਼ ਵਜੋਂ ਚੁਣ ਰਹੇ ਹਾਂ, ਅਜੇਸੈਂਟ ਵਿਊ ਇਹ ਇਸ ਦਿਸ਼ਾ ਵਿੱਚ ਹੋ ਸਕਦਾ ਹੈ, ਇਹ ਦੁਬਾਰਾ ਉਸ ਦਿਸ਼ਾ ਵਿੱਚ ਵੀ ਹੋ ਸਕਦਾ ਹੈ। ਉਹੀ ਚੀਜ਼ ਜੋ ਸਾਨੂੰ ਸਭ ਤੋਂ ਘੱਟ ਛੁਪੀਆਂ ਲਾਈਨਾਂ ਦੀ ਚੋਣ ਕਰਨੀ ਪੈਂਦੀ ਹੈ। ਇਹ ਸਾਹਮਣੇ ਵਾਲਾ ਦ੍ਰਿਸ਼ ਹੈ ਜੋ ਅਸੀਂ ਚੁਣ ਰਹੇ ਹਾਂ ਕਿ ਕੀ ਇਹ ਅਸੀਂ ਵਰਤਣਾ ਚਾਹੁੰਦੇ ਹਾਂ ਜਾਂ ਇਸ ਨੂੰ ਅਸੀਂ ਵਰਤਣਾ ਚਾਹੁੰਦੇ ਹਾਂ। ਅਸੀਂ ਦੇਖਾਂਗੇ ਕਿ ਕੀ ਅਸੀਂ ਇਸ ਨੂੰ ਚੁਣ ਰਹੇ ਹਾਂ। ਇਸ ਪੱਧਰ ਤੇ ਲੁਕੀਆਂ ਲਾਈਨਾਂ ਆਉਂਦੀਆਂ ਹਨ ਅਤੇ ਦੁਬਾਰਾ ਛੁਪੀਆਂ ਲਾਈਨਾਂ ਉਸ ਪੱਧਰ ਤੇ ਆਉਂਦੀਆਂ ਹਨ। ਇਸ ਲਈ ਇਸ ਦ੍ਰਿਸ਼ ਲਈ ਦੋ ਛੁਪੀਆਂ ਲਾਈਨਾਂ। ਜੇਕਰ ਤੁਸੀਂ ਦ੍ਰਿਸ਼ ਲਈ ਇਸ ਦਿਸ਼ਾ ਨੂੰ ਚੁਣ ਰਹੇ ਹੋ ਤਾਂ ਸਾਨੂੰ ਇਸ ਨੂੰ ਵੀ ਲੁਕਾਉਣਾ ਚਾਹੀਦਾ ਹੈ। ਇਹ ਵੀ ਲੁਕਿਆ ਹੋਇਆ ਹੈ ਅਤੇ ਇਹ ਵੀ ਲੁਕਿਆ ਹੋਇਆ ਹੈ। ਇਸ ਦਾ ਮਤਲਬ ਹੈ ਕਿ ਸਾਡੇ ਕੋਲ 1, 2 ਅਤੇ 3 ਛੁਪੀਆਂ ਲਾਈਨਾਂ ਹਨ। ਇਸ ਲਈ ਕੁਦਰਤੀ ਤੌਰ ਤੇ ਇਹ ਉਚਿਤ ਦ੍ਰਿਸ਼ਟੀਕੋਣ ਨਹੀਂ ਹੈ ਅਤੇ ਸਾਨੂੰ ਇਸ ਨੂੰ ਵਧੀਆ ਦ੍ਰਿਸ਼ਟੀਕੋਣ ਵਜੋਂ ਚੁਣਨਾ ਚਾਹੀਦਾ ਹੈ। ਇਸ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਇਸੇ ਤਰ੍ਹਾਂ ਭਾਵੇਂ ਬੋਟਮ ਦ੍ਰਿਸ਼ ਜਾਂ ਸਿਖਰ ਦ੍ਰਿਸ਼ ਨੂੰ ਦੁਬਾਰਾ ਵਰਤਣਾ ਹੈ, ਸਾਨੂੰ ਸਭ ਤੋਂ ਘੱਟ ਗਿਣਤੀ ਵਿੱਚ ਲੁਕੀਆਂ ਲਾਈਨਾਂ ਦੀ ਵਰਤੋਂ ਕਰਨੀ ਪਵੇਗੀ। ਇਸ ਲਈ ਜੇਕਰ ਅਸੀਂ ਇਸ ਨੂੰ ਚੁਣ ਰਹੇ ਹਾਂ, ਜੇਕਰ ਅਸੀਂ ਇਸ ਦ੍ਰਿਸ਼ ਨੂੰ ਚੁਣ ਰਹੇ ਹਾਂ ਤਾਂ ਛੁਪੀਆਂ ਲਾਈਨਾਂ ਉਸ ਪੱਧਰ ਤੇ ਆਉਂਦੀਆਂ ਹਨ ਜੋ ਕਿ ਇਹ ਇੱਕ ਦ੍ਰਿਸ਼ਮਾਨ ਹੈ। ਇਸ ਲਈ ਅਸੀਂ ਇਸ ਨੂੰ ਇਸ ਤਰੀਕੇ ਨਾਲ ਪੇਸ਼ ਕਰ ਰਹੇ ਹਾਂ। ਪਰ ਜੇਕਰ ਅਸੀਂ ਇੱਥੋਂ ਬੋਟਮ ਦ੍ਰਿਸ਼ ਨੂੰ ਚੁਣ ਰਹੇ ਹਾਂ ਤਾਂ ਇਹ ਲੁਕਿਆ ਹੋਇਆ ਹੈ। ਤਾਂ ਜੋ ਅਸੀਂ ਪ੍ਰਾਪਤ ਕਰਨ ਜਾ ਰਹੇ ਹਾਂ, ਇਹ ਲੁਕਿਆ ਹੋਇਆ ਹੈ। ਇਹ ਵੀ ਲੁਕਿਆ ਹੋਇਆ ਹੈ। ਇਸ ਲਈ ਇਹ ਬੋਟਮ ਵਾਲੇ ਲਈ ਵੀ ਛੁਪਿਆ ਹੋਇਆ ਹੈ। ਇਸ ਲਈ ਇਸ ਦੀ ਤੁਲਨਾ ਵਿੱਚ ਜੇਕਰ ਅਸੀਂ ਇਸ ਦੀ ਤੁਲਨਾ ਕਰ ਰਹੇ ਹਾਂ, ਇੱਥੇ ਦੋ ਲੁਕੀਆਂ ਲਾਈਨਾਂ, ਉੱਥੇ ਇੱਕ ਲੁਕਵੀਂ ਲਾਈਨ,
ਇਸ ਲਈ ਅਸੀਂ ਇਸ ਦਾ ਦ੍ਰਿਸ਼ ਨਹੀਂ ਚੁਣਦੇ ਪਰ ਅਸੀਂ ਇਸ ਦ੍ਰਿਸ਼ ਨੂੰ ਚੁਣਦੇ ਹਾਂ। ਇਸ ਲਈ ਇਹ ਅਣਉਚਿਤ ਹੈ ਅਤੇ ਇਹ ਵੀ ਅਣਉਚਿਤ ਹੈ। ਇਸ ਲਈ ਅਸੀਂ ਜੋ ਚੁਣਨ ਜਾ ਰਹੇ ਹਾਂ ਉਹ ਡਰਾਇੰਗ ਸ਼ੀਟ ਲਈ ਇਹ ਹੈ ਕਿ ਅਸੀਂ ਇਹਨਾਂ ਦ੍ਰਿਸ਼ਾਂ ਨੂੰ ਵੀ ਦਿਖਾ ਸਕਦੇ ਹਾਂ, ਪਰ ਇਹਨਾਂ ਦੀ ਲੋੜ ਨਹੀਂ ਹੈ ਜਦੋਂ ਸਾਡੇ ਕੋਲ ਇਹ ਸਾਹਮਣੇ ਵਾਲਾ ਦ੍ਰਿਸ਼, ਸਿਖਰ ਦਾ ਦ੍ਰਿਸ਼ ਅਤੇ ਪਾਸੇ ਦਾ ਦ੍ਰਿਸ਼ ਹੈ। ਇਹ ਇਸ ਪੂਰੇ 3D ਵਸਤੂ ਨੂੰ ਦਰਸਾਉਣ ਲਈ ਕਾਫੀ ਵਧੀਆ ਹਨ। ਵਿਊਜ਼ ਦੀ ਘੱਟੋ ਘੱਟ ਸੰਖਿਆ ਹਮੇਸ਼ਾ ਚੰਗੀ ਹੁੰਦੀ ਹੈ। ਜੇਕਰ ਅਸੀਂ ਕੁਦਰਤੀ ਤੌਰ ਤੇ ਸਾਹਮਣੇ ਦਾ ਦ੍ਰਿਸ਼, ਸਿਖਰ ਦਾ ਦ੍ਰਿਸ਼ ਅਤੇ ਪਾਸੇ ਦਾ ਦ੍ਰਿਸ਼ ਉਸ ਤਰੀਕੇ ਨਾਲ ਬਣਾਉਂਦੇ ਹਾਂ। ਜੇਕਰ ਅਸੀਂ ਧਿਆਨ ਨਾਲ ਦੇਖ ਰਹੇ ਹਾਂ ਕਿ ਛੇਕ ਜਾਣਕਾਰੀ ਨੂੰ ਇਹਨਾਂ ਤੋਂ ਡਾਇਆਮੀਟਰ ਕੀ ਹੈ ਦੇ ਰੂਪ ਵਿੱਚ ਇੱਕ ਵੱਖਰਾ ਨਜ਼ਰੀਆ ਰੱਖਿਆ ਗਿਆ ਹੈ, ਤਾਂ ਅਸੀਂ ਇਹ ਜਾਣਨ ਦੀ ਸਥਿਤੀ ਵਿੱਚ ਹੋਵਾਂਗੇ। ਇਸੇ ਤਰ੍ਹਾਂ ਇਹ ਕਿਨਾਰੇ ਵਿੱਚੋਂ ਇੱਕ ਕਿਨਾਰੇ ਤੋਂ ਕਿੰਨੀ ਦੂਰ ਹੈ ਅਤੇ ਸਾਡੇ ਕੋਲ ਇਹ ਵੀ ਹੋਵੇਗਾ। ਅਤੇ ਉਪਰੀ ਦ੍ਰਿਸ਼ਟੀਕੋਣ ਤੋਂ ਅਸੀਂ ਸਪਸ਼ਟ ਤੌਰ ਤੇ ਇਹ ਸਮਝਣ ਲਈ ਹਿੱਸੇ ਵਿੱਚ ਹੋਵਾਂਗੇ ਕਿ ਕੀ ਇਹ ਇੱਕ ਸਰਕੂਲਰ ਛੇਕ ਹੈ ਜਾਂ ਅੰਡਾਕਾਰ ਛੇਕ ਅਤੇ ਇਹ ਕਿਸ ਪੱਧਰ ਤੇ ਸਥਿਤ ਹੈ। ਇਹ ਮਾਪ ਇਸ ਲਈ ਸਾਰੀ ਜਾਣਕਾਰੀ ਸਾਡੇ ਸਾਹਮਣੇ ਦੇ ਦ੍ਰਿਸ਼ਾਂ ਅਤੇ ਚੋਟੀ ਦੇ ਦ੍ਰਿਸ਼ਾਂ ਤੋਂ ਪ੍ਰਦਾਨ ਕੀਤੀ ਗਈ ਹੈ। ਬਾਕੀ ਜਾਣਕਾਰੀ ਅਸੀਂ ਸਾਈਡ ਵਿਊ ਤੋਂ ਪ੍ਰਾਪਤ ਕਰਾਂਗੇ ਕਿ ਇਹ ਵਸਤੂ ਇਸ ਬਾਰੇ ਕਿਵੇਂ ਸੋਚਦੀ ਹੈ। ਸਭ ਤੋਂ ਪਹਿਲਾਂ ਸਾਨੂੰ ਕਿਸੇ ਵਸਤੂ ਨੂੰ ਇਸ ਤਰੀਕੇ ਨਾਲ ਮੋੜਨਾ ਪੈਂਦਾ ਹੈ ਕਿ ਇਸ ਨੂੰ ਗਲਾਸ ਬਾਕਸ ਵਿੱਚ ਰੱਖਣਾ ਉਚਿਤ ਹੋਵੇਗਾ ਅਤੇ ਸਾਡੇ ਵਿਚਾਰਾਂ ਨੂੰ ਸਰਲ ਬਣਾਇਆ ਜਾ ਸਕੇ। ਦੂਸਰਾ, ਸਾਨੂੰ ਉਹਨਾਂ ਦ੍ਰਿਸ਼ਾਂ ਨੂੰ ਚੁਣਨਾ ਪਏਗਾ ਜੋ ਸਾਹਮਣੇ ਵਾਲਾ ਦ੍ਰਿਸ਼ ਹੈ। ਇੱਕ ਵਾਰ ਜਦੋਂ ਇਹ ਐਡਜੇਸੈਂਟ ਦ੍ਰਿਸ਼ਾਂ ਨੂੰ ਪੂਰਾ ਕਰ ਲਿਆ ਜਾਂਦਾ ਹੈ ਤਾਂ ਅਸੀਂ ਇਸ ਨੂੰ ਬਣਾਵਾਂਗੇ। ਇਹਨਾਂ ਦ੍ਰਿਸ਼ਾਂ ਨੂੰ ਬਣਾਉਣ ਵਿੱਚ ਕੁਝ ਸਮਾਂ ਲੱਗੇਗਾ। ਇਸ ਬਾਰੇ ਸੋਚੋ। ਉਦਾਹਰਨ ਲਈ, ਜੇਕਰ ਅਸੀਂ ਇਸ ਨੂੰ ਸਾਹਮਣੇ ਦੇ ਦ੍ਰਿਸ਼ ਵਜੋਂ ਅਤੇ ਇਸ ਨੂੰ ਉੱਪਰਲੇ ਦ੍ਰਿਸ਼ ਵਜੋਂ ਚੁਣਨ ਜਾ ਰਹੇ ਹਾਂ, ਤਾਂ ਕੁਝ ਮਾਪ ਉਚਿਤ ਨਹੀਂ ਹੋ ਸਕਦੇ ਹਨ। ਇਸ ਲਈ ਓਬਜੈਕਟ ਇਸ ਤਰੀਕੇ ਨਾਲ ਸਥਿਤ ਹੈ। ਜੇਕਰ ਮੈਂ ਇਸ ਨੂੰ ਸਾਹਮਣੇ ਦੇ ਦ੍ਰਿਸ਼ ਵਜੋਂ ਚੁਣਨ ਜਾ ਰਿਹਾ ਹਾਂ, ਤਾਂ ਸਾਡੇ ਕੋਲ ਦੁਬਾਰਾ ਸਰਕਲ ਹੋਵੇਗਾ, ਇੱਕ ਹੋਰ ਚੱਕਰ ਅਤੇ ਇਹ ਪੂਰਾ ਆਇਤਾਕਾਰ ਬਲੌਕ ਚੋਟੀ ਦੇ ਦ੍ਰਿਸ਼ ਲਈ ਉਸ ਤਰੀਕੇ ਨਾਲ ਹੋ ਜਾਵੇਗਾ। ਜੇਕਰ ਅਸੀਂ ਉਸ ਦਿਸ਼ਾ ਤੋਂ ਦੇਖ ਰਹੇ ਹਾਂ ਤਾਂ ਇਹ ਪੂਰੀ ਤਰ੍ਹਾਂ ਇਸ ਤਰ੍ਹਾਂ ਜਾਪਦਾ ਹੈ ਕਿ ਕਾਫੀ ਸਪੇਸ ਨਹੀਂ ਹੈ। ਅਸੀਂ ਦਿਖਾਉਣ ਦੀ ਸਥਿਤੀ ਵਿੱਚ ਹੋਵਾਂਗੇ ਅਤੇ ਸਾਰੇ ਡਾਇਮੈਂਸ਼ਨਿੰਗ ਨੂੰ ਅਸੀਂ ਸਹੀ ਢੰਗ ਨਾਲ ਦਿਖਾਉਣ ਦੀ ਸਥਿਤੀ ਵਿੱਚ ਨਹੀਂ ਹੋਵਾਂਗੇ। ਇਸ ਦੀ ਬਜਾਏ ਅਸੀਂ ਓਬਜੈਕਟ ਨੂੰ ਇਸ ਤਰੀਕੇ ਨਾਲ ਚੁਣ ਸਕਦੇ ਹਾਂ ਕਿ ਸਾਹਮਣੇ ਦਾ ਦ੍ਰਿਸ਼ ਇਹ ਹੋਵੇਗਾ। ਚੋਟੀ ਦੇ ਦ੍ਰਿਸ਼ ਨੂੰ ਦਿਖਾਉਣ ਦੀ ਬਜਾਏ ਅਸੀਂ ਸਾਈਡ ਵਿਊ ਦਿਖਾ ਸਕਦੇ ਸੀ। ਇਸ ਲਈ ਸਾਈਡ ਵਿਊ ਇਸ ਤਰ੍ਹਾਂ ਹੋਵੇਗਾ, ਜੋ ਓਬਜੈਕਟ ਬਾਰੇ ਵੱਧ ਤੋਂ ਵੱਧ ਵੇਰਵੇ ਦਿੰਦਾ ਹੈ। ਇੱਥੇ ਇਹ ਇੱਕ ਸਿਮੈਟ੍ਰਿਕ ਕਾਈਡ ਦੀ ਵਸਤੂ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਹਾਲਾਂਕਿ ਇਹ ਸਪਸ਼ਟ ਤੌਰ ਤੇ ਉਸ ਪਿਕਚਰ ਦੀ ਆਫਸੈਟ ਸਥਿਤੀ ਨੂੰ ਦਰਸਾਉਂਦਾ ਹੈ ਅਤੇ ਇਹ ਵੀ ਦਰਸਾਉਂਦਾ ਹੈ ਕਿ ਸਾਡੇ ਕੋਲ ਪ੍ਰੋਟਰੂਡ ਕਾਈਡ ਦਾ ਫੈਲਿਆ ਹੋਇਆ ਹਿੱਸਾ ਹੈ। ਇਸ ਲਈ ਇਸ ਦੀ ਤੁਲਨਾ ਵਿੱਚ ਇਹ ਪ੍ਰਤੀਨਿਧਤਾ ਦਾ ਇੱਕ ਵਧੀਆ ਤਰੀਕਾ ਹੈ। ਇਸੇ ਤਰ੍ਹਾਂ ਅਸੀਂ ਉਸ ਦਿਸ਼ਾ ਵਿੱਚ ਸਾਹਮਣੇ ਵਾਲੇ ਦ੍ਰਿਸ਼ ਦੀ ਵਰਤੋਂ ਕਰ ਸਕਦੇ ਸੀ ਅਤੇ ਸਾਹਮਣੇ ਵਾਲੇ ਦ੍ਰਿਸ਼ ਦੀ ਵਰਤੋਂ ਅਸੀਂ ਉਸ ਦਿਸ਼ਾ ਵਿੱਚ ਵੀ ਕਰ ਸਕਦੇ ਸੀ। ਇਸ ਲਈ ਜੋ ਵੀ ਵਧੀਆ ਦਿਖਦਾ ਹੈ ਅਤੇ ਤੁਹਾਨੂੰ ਵੱਧ ਤੋਂ ਵੱਧ ਮਾਪ ਦਿੰਦਾ ਹੈ। ਦੂਜੇ ਪਾਸੇ ਲੁਕੀਆਂ ਹੋਈਆਂ ਲਾਈਨਾਂ ਦੀ ਘੱਟੋ ਘੱਟ ਸੰਖਿਆ ਵੇਖਦੀ ਹੈ ਜੋ ਅਸੀਂ ਇਸ ਨੂੰ ਸਾਹਮਣੇ ਦੇ ਦ੍ਰਿਸ਼ ਅਤੇ ਐਡਜੇਸੈਂਟ ਵਿਊ ਵਜੋਂ ਚੁਣ ਸਕਦੇ ਹਾਂ। ਇੱਥੇ, ਜੇਕਰ ਅਸੀਂ ਇਸ ਨੂੰ ਸਾਹਮਣੇ ਵਾਲੇ ਦ੍ਰਿਸ਼ ਵਜੋਂ ਦੇਖ ਰਹੇ ਹਾਂ ਤਾਂ ਅਸੀਂ ਕੀ ਕਰ ਸਕਦੇ ਹਾਂ। ਇਸ ਵਸਤੂ ਨੂੰ ਉਸ ਤਰੀਕੇ ਨਾਲ ਮੋੜਨਾ ਹੈ ਤਾਂ ਜੋ ਇਹ
ਉਸ ਤਰੀਕੇ ਨਾਲ ਬਾਹਰ ਆ ਜਾਵੇ। ਇਸ ਲਈ ਇਸ ਨੂੰ 90 ਡਿਗਰੀ ਦੁਆਰਾ ਪੂਰੀ ਤਰ੍ਹਾਂ ਘੁਮਾਓ। ਜੋ ਵੀ ਦ੍ਰਿਸ਼ਟੀਕੋਣ ਇਸ ਨੂੰ ਘੁਮਾਉਣ ਤੋਂ ਬਾਅਦ ਪ੍ਰਾਪਤ ਹੋਵੇਗਾ, ਉਹ ਇੱਕ ਸਾਹਮਣੇ ਵਾਲਾ ਦ੍ਰਿਸ਼ ਅਤੇ ਉਸ ਵਸਤੂ ਦੇ ਸਾਈਡ ਵਿਊ ਤੋਂ ਦੇਖੋ ਤਾਂ ਇਹ ਇੱਕ ਹੀ ਬਣ ਜਾਵੇਗਾ। ਇਸ ਲਈ ਇਸ ਕਲਾਸ ਦੇ ਅੰਤ ਵਿੱਚ ਤੁਹਾਨੂੰ ਆਬਜੈਕਟ ਦੇ ਆਧਾਰ ਤੇ ਇਹਨਾਂ ਉਦਾਹਰਣਾਂ ਦਾ ਅੰਦਾਜ਼ਾ ਲਗਾਉਣਾ ਪਏਗਾ। ਸ਼ਾਇਦ ਕੋਈ ਵੀ ਵਸਤੂ ਚੁਣੋ, ਸ਼ਾਇਦ ਮਾਊਸ, ਸ਼ਾਇਦ ਤੁਹਾਡੀ ਕਲਮ, ਸ਼ਾਇਦ ਇੱਕ ਡਰਾਇੰਗ ਸ਼ੀਟ। ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਕੇਲ ਕਰੋ। ਇਸ ਨੂੰ ਵੱਖ-ਵੱਖ ਤਰ੍ਹਾਂ ਦੀ ਸਥਿਤੀ ਤੇ ਰੱਖੋ। ਇਹ ਕਲਪਨਾ ਕਰਨ ਦੀ ਕੋਸ਼ਿਸ਼ ਕਰੋ ਕਿ ਸਾਹਮਣੇ ਦਾ ਦ੍ਰਿਸ਼ ਕੀ ਹੋ ਸਕਦਾ ਹੈ, ਸਾਈਡ ਵਿਊ ਕੀ ਹੋ ਸਕਦਾ ਹੈ, ਉੱਪਰਲਾ ਦ੍ਰਿਸ਼ ਕੀ ਹੋ ਸਕਦਾ ਹੈ, ਗਲਾਸ ਬਾਕਸ ਮੈਥਡ ਦੀ ਵਰਤੋਂ ਕਰਕੇ ਬੋਟਮ ਦਾ ਦ੍ਰਿਸ਼। ਇਹਨਾਂ ਆਰਥੋਗ੍ਰਾਫਿਕ ਅਨੁਮਾਨਾਂ ਬਾਰੇ ਹੋਰ ਬਹੁਤ ਸਾਰੇ ਵੇਰਵੇ ਅਸੀਂ ਅਗਲੀ ਕਲਾਸ ਵਿੱਚ ਦੇਖਾਂਗੇ। ਧੰਨਵਾਦ।